Hello students, welcome for the next video of the management accounting. Today we are starting new chapter number 3, financial statement and analysis. Third chapter, financial statement analysis. ਇਹਦੇ ਵਿੱਚ ਬੇਟੇ ਅਸੀਂ ਮੈਥਡਸ ਕਰਾਂਗੇ, ਡਿਫਰੈਂਟ ਐਨਾਲਿਸਿਸ ਮੈਥਡ, ਕੰਪੈਰੇਟਿਵ ਸਟੇਟਮੈਂਟ, ਕਾਮਨ ਸਾਈਜ਼ ਸਟੇਟਮੈਂਟ, ਟ੍ਰੈਂਡ ਐਨਾਲਿਸਿਸ। ਠੀਕ ਹੈ, ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਫਾਈਨੈਂਸ਼ੀਅਲ ਸਟੇਟਮੈਂਟ ਅਸੀਂ ਪੜ੍ਹ ਚੁੱਕੇ ਅੱਛੀ ਤਰ੍ਹਾਂ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਕੀ ਹੁੰਦੀਆਂ ਨੇ, ਐਂਡ ਸਟੇਟਮੈਂਟਸ ਆਫ ਦਾ ਬਿਜ਼ਨਸ ਆਰਗੇਨਾਈਜੇਸ਼ਨ ਵਿਚ ਸ਼ੋ ਦਾ ਰਿਜ਼ਲਟ ਆਫ ਦਾ ਈਅਰ। ਠੀਕ ਹੈ, ਹੁਣ ਇਹਦੇ ਲਈ ਅਸੀਂ ਜਿਹੜਾ ਇਹ ਟੌਪਿਕ ਹੈ ਇਹਦੇ ਵਿੱਚ ਅਸੀਂ ਪੜਾਂਗੇ ਫਾਈਨੈਂਸ਼ੀਅਲ ਐਨਾਲਿਸਿਸ ਕੀ ਹੁੰਦਾ ਹੈ। ਠੀਕ ਹੈ, ਔਰ ਇਹ ਕਿਸ ਪਰਪਸ ਦੇ ਲਈ ਕੀਤਾ ਜਾਂਦਾ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਆਰ ਪ੍ਰੀਪੇਅਰਡ for the preliminary for decision making. They play a dominant role in the setting the framework of the managerial decisions. कि financial statements ਹੁੰਦੀਆਂ ਨੇ ਜਿਹੜੀਆਂ ਉਹ ਇੱਕ ਵੱਡਾ ਰੋਲ ਪਲੇ ਕਰਦੀਆਂ ਨੇ ਆਪਣੇ ਮੈਨੇਜੀਰੀਅਲ ਡਿਸੀਜਨਸ ਦੇ ਵਾਸਤੇ। ਠੀਕ ਹੈ, ਬਟ ਇਸ ਇਨਫੋਰਮੇਸ਼ਨ ਨੂੰ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਸਿੱਧਾ ਨਹੀਂ ਕਰ ਸਕਦੇ, ਤਾਂ ਇਹਨੂੰ ਇੱਕ ਮੀਨਿੰਗਫੁਲ ਇਨਫੋਰਮੇਸ਼ਨ ਬਣਾਉਣ ਦੇ ਲਈ ਜਾਂ ਕੋਈ ਵੀ ਕਨਕਲੂਜਨ ਤੱਕ ਪਹੁੰਚਣ ਦੇ ਲਈ ਇਹਨਾਂ ਦਾ ਐਨਾਲਾਈਸਿਸ ਕਰਨਾ ਪੈਂਦਾ ਹੈ। ਠੀਕ ਹੈ, ਫਾਈਨੈਂਸ਼ੀਅਲ ਐਨਾਲਿਸਿਸ is the process of identifying the financial strength. एक ऐसा process ਹੁੰਦਾ ਜਿਹਦੇ ਨਾਲ ਅਸੀਂ financial strength और weakness ਇਸ ਚੀਜ਼ ਨੂੰ find out ਕਰਦੇ ਹਾਂ of the firm by the proper establishing the relationship between the items of the balance sheet and the profit and loss account. Simple meaning अगर ਤੁਸੀਂ दसीए ਤਾਂ financial analysis एक ऐसा जिहा process है ਜਿਹਦੇ थ्रू ਅਸੀਂ अपनी organization ਦੇ strength और weakness ਇਹ ਦੋਨੋਂ ਚੀਜ਼ਾਂ ਨੂੰ find out ਕਰਦੇ ਹਾਂ और किस तरीके ਨਾਲ फाइनेंशियल स्टेटमेंट ਦੀਆਂ आइटम्स ਦੇ रिलेशन ਦੇ ਨਾਲ। ठीक है, अगर ਅਸੀਂ बैलेंस शीट और प्रॉफिट एंड लॉस ਦੇ ਨਾਲ ਉਹਨਾਂ ਦੇ ਜਿਹੜੀਆਂ ਆਈਟਮਸ ਨੇ ਉਹਨਾਂ ਦੇ ਰਿਲੇਸ਼ਨਸ ਨੂੰ ਦੇਖਦੇ ਹਾਂ ਤੇ ਉਹਦੇ ਨਾਲ ਆਪਾਂ ਨੂੰ ਸਹੀ ਰਿਜ਼ਲਟਸ ਪਤਾ ਲੱਗਦੇ ਨੇ। ਠੀਕ ਹੈ, ਇਹਦੇ ਲਈ ਬਹੁਤ ਡਿਫਰੈਂਟ ਮੈਥਡਸ ਔਰ ਟੈਕਨੀਕਸ ਅਸੀਂ ਯੂਜ਼ ਕਰਦੇ ਹਾਂ ਜੋ ਆਪਾਂ ਅੱਗੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ concept of financial statement ਜਿਵੇਂ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕੀ ਹਾਂ। it financial analysis also known as the analysis and the interpretation of the financial statement. ਇਹਨੂੰ financial statement ਨੂੰ मतलब एनालिसिस ਨੂੰ इंटरप्रिटेशन भी किया गया है। ਇਹਦਾ मतलब ਕੀ ਹੈ कि एक ऐसा रिलेशन है फाइनेंशियल एनालिसिस ਨੂੰ ਪੰਜਾਬੀ 'ਚ ਆਪਾਂ ਕਹਿੰਦੇ ਵਿਸ਼ਲੇਸ਼ਣ, मतलब ਜੋ ਸਟੇਟਮੈਂਟਸ ਤਿਆਰ ਕੀਤੀਆਂ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਚੈੱਕ ਕਰਨਾ, ਉਹਨਾਂ ਨੂੰ ਕੰਪੇਅਰ ਕਰਨਾ। ਠੀਕ ਹੈ, ਉਹਨਾਂ ਦੇ ਰਿਲੇਸ਼ਨਸ ਨੂੰ ਦੇਖਣਾ, ਸਾਰੀਆਂ ਆਈਟਮਸ ਨੂੰ ਆਪਸ ਦੇ ਰਿਲੇਸ਼ਨ ਵਿੱਚ ਦੇਖਣਾ ਕਿ ਪਿਛਲੇ ਸਾਲਾਂ ਦੇ ਨਾਲੋਂ ਇਸ ਸਾਲ ਫਾਈਨੈਂਸ਼ੀਅਲ ਸਟੇਟਮੈਂਟ ਦੀ ਜਾਂ ਆਪਣੇ ਬਿਜ਼ਨਸ ਦੀ ਪੋਜੀਸ਼ਨ ਕੀ ਹੈ। ਠੀਕ ਹੈ ਬੇਟੇ, the purpose of the financial statements is to diagnose the information contained a financial statement. financial analysis ਦਾ ਮੇਨ ਮੀਨਿੰਗ ਕੀ ਹੁੰਦਾ ਹੈ, ਕਿਸ ਪਰਪਸ ਲਈ ਤਿਆਰ ਕੀਤੀ ਜਾਂਦੀ ਹੈ। ਜੋ ਆਪਣੇ ਕੋਲ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਡਾਟਾ ਉਹਨੂੰ ਡਾਇਗਨੋਜ਼ ਕਰਨਾ। ਠੀਕ ਹੈ, ਲਾਈਕ ਅ ਡਾਕਟਰ, ਜਿਵੇਂ ਇੱਕ ਡਾਕਟਰ ਹੈ ਉਹ ਆਪਣੇ ਪੇਸ਼ੈਂਟ ਨੂੰ ਐਗਜ਼ਾਮਿਨ ਕਰਦਾ ਹੈ ਤਾਂ ਉਹਦੀ ਪੂਰੀ ਬਾਡੀ ਦਾ ਉਹਦੀ ਜੋ ਮਤਲਬ ਡਾਟਾ ਹੁੰਦਾ ਹੈ ਉਹਦਾ ਪੂਰਾ ਡਾਟਾ ਕਲੈਕਟ ਕਰਦਾ ਹੈ, ਲਾਈਕ बॉडी टैंपरेचर, ब्लड प्रेशर। ठीक है, और ਉਹਦੇ ਸਾਰੇ ਟੈਸਟ ਜਿਹੜੇ ਹੈਗੇ ਉਹ ਆਪਣੇ ਕੋਲ ਐਜ਼ ਅ ਰਿਕਾਰਡ ਰੱਖਦਾ ਹੈ ਔਰ ਉਸ ਤੋਂ ਬਾਅਦ ਕੋਈ ਕਨਕਲੂਜਨ ਦੇ ਉੱਤੇ ਆ ਕੇ ਫਿਰ ਜਿਹੜਾ ਹੈਗਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਪੇਸ਼ੈਂਟ ਨੂੰ। ਸੇਮ ਇਸੀ ਤਰ੍ਹਾਂ ਹੀ ਫਾਈਨੈਂਸ਼ੀਅਲ ਐਨਾਲਿਸਟ ਵੀ ਜੋ ਹੈ ਉਹ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਡਿਫਰੈਂਟ ਮੈਥਡਸ ਦੇ ਨਾਲ, ਡਿਫਰੈਂਟ ਟੈਕਨੀਕਸ ਦੇ ਨਾਲ ਕੰਪੇਅਰ ਕਰਦਾ ਹੈ। ਠੀਕ ਹੈ, ਉਹਨੂੰ ਚੈੱਕ ਕਰਦਾ ਹੈ ਔਰ ਐਂਡ ਦੇ ਵਿੱਚ ਉਹਦੀ ਫਾਈਨਲ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਠੀਕ ਹੈ, ਹੁਣ ਫਾਈਨੈਂਸ਼ੀਅਲ ਐਨਾਲਿਸਿਸ ਦੇ ਆਬਜੈਕਟਿਵਸ ਕੀ ਨੇ, ਇੰਪੋਰਟੈਂਸ ਕੀ ਹੈ, ਜੋ ਆਪਾਂ ਪਹਿਲਾਂ ਪੜ੍ਹੇ ਆ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਜੋ ਆਬਜੈਕਟਿਵ ਨੇ ਉਹੀ ਐਨਾਲਿਸਿਸ ਦੇ ਇੱਕ ਤਰ੍ਹਾਂ ਦੇ ਆਬਜੈਕਟਿਵਸ ਬਣ ਜਾਂਦੇ ਨੇ ਕਿ ਟੂ ਅਸੈਸ ਦਾ ਅਰਨਿੰਗ ਕੈਪੈਸਿਟੀ ਔਰ ਦਾ ਪ੍ਰੋਫਿਟੇਬਿਲਿਟੀ ਆਫ ਦਾ ਫਰਮ ਦੀ ਪ੍ਰੋਫਿਟੇਬਿਲਿਟੀ ਚੈੱਕ ਕਰਨਾ, ਉਹਦੀ ਸੋਲਵੈਂਸੀ ਨੂੰ ਚੈੱਕ ਕਰਨਾ, ਆਪਰੇਸ਼ਨਲ ਐਫੀਸ਼ੀਐਂਸੀ ਦੇਖਣਾ, ਸ਼ਾਰਟ ਟਰਮ ਤੇ ਲੌਂਗ ਟਰਮ ਸੋਲਵੈਂਸੀ ਪੋਜੀਸ਼ਨ ਦੇਖਣਾ। ਠੀਕ ਹੈ, ਰੀਜ਼ਨਸ ਫॉर ਅ ਚੇਂਜ ਇਨ ਦਾ ਪ੍ਰੋਫਿਟੇਬਿਲਿਟੀ, ਅਗਰ ਇਸ ਸਾਲ ਕੋਈ ਚੇਂਜ ਆਇਆ ਉਹਦੇ ਕੀ ਰੀਜ਼ਨਸ ਨੇ ਇਹ। ਠੀਕ ਹੈ, ਇੰਟਰ ਫਰਮ ਕੰਪੈਰੀਜ਼ਨ, ਇੱਕ ਫਰਮ ਦਾ ਆਪਣੇ ਹੀ ਜਿਹੜੇ ਡਾਟਾ ਨਾਲ ਕੰਪੇਅਰ ਕਰਨਾ ਪਿਛਲੇ ਸਾਲਾਂ ਦਾ ਜਾਂ ਦੂਸਰੀ ਜਿਹੜੀ ਹੈਗੀ ਕੋਈ ਵੀ ਫਰਮ ਉਹਦੇ ਨਾਲ ਕੰਪੇਅਰ ਕਰਨਾ। ਠੀਕ ਹੈ, ਪ੍ਰੋਗਰੈਸ ਨੂੰ ਚੈੱਕ ਕਰਨਾ, ਇਹ ਸਾਰੇ ਹੀ ਮੇਨ ਆਬਜੈਕਟਿਵਸ ਹੁੰਦੇ ਆ ਫਾਈਨੈਂਸ਼ੀਅਲ ਸਟੇਟਮੈਂਟ ਦੇ। ਠੀਕ ਹੈ,
ਔਰ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਇੰਟਰਸਟਿਡ ਐਨਾਲਿਸਿਸ ਦੇ ਵਿੱਚ ਇੰਟਰਸਟਿਡ ਪਾਰਟੀ ਸੇਮ ਐਜ਼ ਇਟ ਇਜ਼ ਜਿਸ ਤਰ੍ਹਾਂ ਆਪਾਂ ਪਿਛਲੇ ਚੈਪਟਰ ਦੇ ਵਿੱਚ ਰੀਡ ਕੀਤੀਆਂ ਨੇ ਕ੍ਰੈਡੀਟਰ ਇਨਵੈਸਟਰ ਬੈਂਕਰ ਮੈਨੇਜਮੈਂਟ EMPLOYEES ਗਵਰਨਮੈਂਟ ठीक है ट्रेड एसोसिएशन स्टॉक एक्सचेंजिस ये सारा टॉपिक वही है जो आप पिछे पढ़ चुके हैं ठीक है ਜਿਹੜਾ ਨੈਕਸਟ ਇਹਦੇ ਵਿੱਚ ਮੇਨ ਟੌਪਿਕ ਹੈ ਦੈਟ ਇਜ਼ ਦਾ ਟਾਈਪਸ ਆਫ ਫਾਈਨੈਂਸ਼ੀਅਲ ਐਨਾਲਿਸਿਸ ਫਾਈਨੈਂਸ਼ੀਅਲ ਐਨਾਲਿਸਿਸ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿਹੜੀਆਂ ਦੀਆਂ ਟਾਈਪਸ ਨੇ ਠੀਕ ਹੈ ਡਿਫਰੈਂਟ ਟਾਈਪਸ ਕਿਹੜੀਆਂ ਨੇ ਇਹਦਾ ਇੱਕ ਪੂਰਾ ਟੇਬਲ ਤੁਹਾਨੂੰ ਸ਼ੋ ਹੋ ਰਿਹਾ ਹੈ ਇਹਦੇ ਵਿੱਚ ਔਨ ਦਾ ਬੇਸਿਸ ਆਫ ਮਟੀਰੀਅਲ ਯੂਜ਼ਡ ਔਨ ਦਾ ਬੇਸਿਸ ਆਫ ਮੋਡਿਊਲਸ ਆਪਰੇਟ ਔਨ ਦਾ ਬੇਸਿਸ ਆਫ टाइम हॉरिजन तीन बेसिस के उत्ते असी इन्हां फाइनैंशियल एनालिसिस नूं डिवाइड करते हैं सब तो पहला अपने को आंदा ऑन द बेसिस ऑफ मटीरियल यूज्ड ठीक है ये दो आ गए दो मैथड्स एक्सटर्नल एनालिसिस एंड द इंटरनल एनालिसिस हुण एक्सटर्नल एनालिसिस नाम तो ही जिवें क्लीयर हो रहा है द एनालिसिस इज डन बाय द आउटसाइडर्स ठीक है ये एनालिसिस आउटसाइडर्स करते हैं who do not have to assess the detailed internal accounting records of the business जिन्हां कोल business ਦੇ internal records नहीं ਹੁੰਦੇ ठीक है ਤਾਂ ਉਹ ਕੀ ਕਰਦੇ ਨੇ outsiders ਦੇ ਵਿੱਚ like investors potential investor creditor potential creditors government agencies credit agencies ਇਹ ਸਾਰੇ ਆ ਜਾਂਦੇ ਆ financial analysis ਦਾ ਮੇਨ ਇਹਨਾਂ ਦਾ ਕੀ ਪਰਪਸ ਹੁੰਦਾ ਹੈ ਕਿ ਇਹਨਾਂ ਨੇ ਬਿਜ਼ਨਸ ਦੀ ਪੋਜੀਸ਼ਨ ਨੂੰ ਅੱਛੀ ਤਰ੍ਹਾਂ ਚੈੱਕ ਕਰਨਾ ਹੁੰਦਾ ਹੈ ਠੀਕ ਹੈ ਔਰ ਐਕਸਟਰਨਲ ਐਨਾਲਿਸਿਸ ਡਸ ਸਰਵ ਓਨਲੀ ਲਿਮਿਟਿਡ ਪਰਪਸ ਔਰ ਇਹ ਸਿਰਫ ਲਿਮਿਟਿਡ ਪਰਪਸ ਦੇ ਵਾਸਤੇ ਹੀ ਯੂਜ਼ ਕੀਤੇ ਜਾਂਦੇ ਨੇ ਠੀਕ ਹੈ ਫਿਰ ਆ ਗਿਆ ਤੁਹਾਡਾ ਇੰਟਰਨਲ ਐਨਾਲਿਸਿਸ ਅੰਦਰੂਨੀ ਵਿਸ਼ਲੇਸ਼ਣ ਜਿਹੜਾ ਇੰਟਰਨਲ ਐਨਾਲਿਸਿਸ ਹੈ ਉਹ ਕਿਸ ਵਾਸਤੇ ਕੀਤਾ ਜਾਂਦਾ ਹੈ ਸਿਰਫ ਇੰਟਰਨਲੀ ਯੂਜ਼ ਕਰਨ ਵਾਸਤੇ ਮਤਲਬ ਇੰਟਰਨਲੀ ਚੈੱਕ ਕਰਨ ਵਾਸਤੇ ਕਿ ਇੰਟਰਨਲ ਜਿਹੜਾ ਆਪਣਾ ਬਿਜ਼ਨਸ ਹੈ ਉਹਦੇ ਵਿੱਚ ਕੀ ਪਰਫਾਰਮੈਂਸ ਚੱਲ ਰਹੀ ਹੈ ਠੀਕ ਹੈ ਔਰ ਇਹਦੇ ਲਈ ਜਿਹੜੇ EMPLOYEES ਹੈ ਉਹ ਜ਼ਿਆਦਾ ਇੰਟਰਸਟਿਡ ਹੁੰਦੇ ਹੈ analysis therefore can be performed executives and the employees of the organization as well as the government agencies which have the statutory powers vested in them ठीक है ਤਾਂ ਮੇਨ ਇਹੀ ਹੋ ਗਿਆ ਕਿ ਇੰਟਰਨਲ ਜੋ ਸਿਰਫ ਇੰਟਰਨਲੀ ਕੀਤਾ ਜਾਂਦਾ ਉਹਨੂੰ ਇੰਟਰਨਲ ਐਨਾਲਿਸਿਸ ਕਹਿੰਦੇ ਹੈ ਔਰ ਮੋਡਿਊਲਸ ਆਪਰੈਂਟ ਦੇ ਬੇਸ ਤੇ ਮੀਨਸ ਫੰਕਸ਼ਨ ਆਪਾਂ ਇਹਦੇ ਮੈਥਡ ਤੇ ਬੇਸ ਦੇ ਉੱਤੇ ਆਪਾਂ ਦੋ ਪਾਰਟਸ ਦੇ ਵਿੱਚ ਵੰਡਦੇ ਹਾਂ horizontal analysis horizontal is the straight line standing line कि horizontal base the horizontal means sleeping lines ठीक है horizontal ਦੇ ਬੇਸ ਤੇ ਹੀ ਆਪਾਂ ਇਹਨਾਂ ਨੂੰ ਕੰਪੇਅਰ ਕਰਦੇ ਹਾਂ ਹੁਣ ਇਹਦੇ ਵਿੱਚ ਕੀ ਹੈ ਕਿ ਇੱਕ ਕੰਪਨੀ ਦੇ ਕਈ ਸਾਲਾਂ ਦੇ ਡਾਟਾ ਨੂੰ ਕੰਪੇਅਰ ਕੀਤਾ ਜਾਂਦਾ ਹੈ ਮਤਲਬ 1 ਸਾਲ ਦੇ ਡਾਟਾ ਨਾਲ ਵੀ ਕੰਪੇਅਰ ਕਰ ਸਕਦੇ ਹਾਂ ਔਰ ਪਿਛਲੇ ਕਈ ਸਾਲਾਂ ਦੇ ਡਾਟਾ ਨਾਲ ਵੀ ਅਸੀਂ ਕੰਪੇਅਰ ਕਰਦੇ ਹਾਂ ਇਹਦਾ ਮੇਨ ਐਗਜ਼ਾਮਪਲ ਹੈਗਾ ਹੈ ਜਿਵੇਂ ਤੁਹਾਡੀ ਕੰਪੈਰੇਟਿਵ ਬੈਲੈਂਸ ਸ਼ੀਟ ਦੇ ਵਿੱਚ ਆਪਾਂ ਇੱਕ ਈਅਰ ਦੇ ਨਾਲ ਦੂਸਰੇ ਈਅਰ ਨੂੰ ਕੰਪੈਰੀਜ਼ਨ ਕਰਦੇ ਹਾਂ ਤਾਂ ਉਹ ਹੌਰੀਜ਼ੌਂਟਲ ਐਨਾਲਿਸਿਸ ਹੋ ਜਾਂਦਾ ਹੈ ਤੇ ਵਰਟੀਕਲ ਦੇ ਵਿੱਚ vertical refers to the study of relationship of various items in the financial statement of one accounting period ठीक है ਇੱਕੋ ਹੀ ਅਕਾਊਂਟਿੰਗ ਪੀਰੀਅਡ ਦੇ ਦੇਖੋ ਹੌਰੀਜ਼ੌਂਟਲ ਦੇ ਵਿੱਚ ਅਸੀਂ ਇੱਕ ਅਕਾਊਂਟਿੰਗ ਪੀਰੀਅਡ ਨੂੰ ਕਿਸੇ ਦੂਸਰੇ ਅਕਾਊਂਟਿੰਗ ਪੀਰੀਅਡ ਨਾਲ ਕੰਪੇਅਰ ਕਰਦੇ ਹਾਂ ਬਟ ਵਰਟੀਕਲ ਦੇ ਵਿੱਚ ਇੱਕੋ ਹੀ ਅਕਾਊਂਟਿੰਗ ਪੀਰੀਅਡ ਦੇ ਡਿਫਰੈਂਟ ਆਈਟਮਸ ਨੂੰ ਕੰਪੇਅਰ ਕੀਤਾ ਜਾਂਦਾ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਕਾਮਨ ਸਾਈਜ਼ ਇਹਦੀ ਐਗਜ਼ਾਮਪਲ ਹੈ ਕਾਮਨ ਸਾਈਜ਼ ਦੇ ਵਿੱਚ ਅਸੀਂ ਸਿੰਗਲ ਆਈਟਮ ਨੂੰ ਜਿਸ ਤਰ੍ਹਾਂ ਸਾਰੇ ਟੋਟਲ ਲਾਇਬਿਲਿਟੀਜ਼ ਦੇ ਨਾਲ ਡਿਵਾਈਡ ਕਰਦੇ ਹਾਂ ਜਾਂ ਟੋਟਲ ਐਸੈਟ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਉਹਨੂੰ ਵਰਟੀਕਲ ਐਨਾਲਿਸਿਸ ਕਿਹਾ ਗਿਆ ਹੈ ਉਸ ਤੋਂ ਬਾਅਦ ਬੇਟਾ ਜੀ ਆ ਗਿਆ ਤੁਹਾਡਾ ਔਨ ਦਾ ਬੇਸਿਸ ਆਫ ਐਂਟੀਟੀਜ਼ ਇਨਵੋਲਵਡ ਠੀਕ ਤਾਂ ਇਹਦੇ ਵਿੱਚ ਜਿਹੜਾ ਹੈ ਕ੍ਰੋਸ ਇੰਟਰਫਰਮ ਮਤਲਬ ਇੱਕ ਫਰਮ ਦਾ ਦੂਜੇ ਫਰਮ ਦੇ ਡਾਟਾ ਨਾਲ ਕੰਪੈਰੀਜ਼ਨ ਕਰਨਾ ਠੀਕ ਹੈ ਇੰਟਰਫਰਮ ਤਾਂ ਆ ਗਿਆ ਕੰਪੈਰੀਜ਼ਨ ਆਫ ਦਾ ਫਾਈਨੈਂਸ਼ੀਅਲ ਸਟੇਟ ਡਾਟਾ ਵਿਦ ਦ ਅਦਰ ਫਰਮਸ ਔਰ ਇੰਟਰਾਫਰਮ ਇੱਕੋ ਹੀ ਫਰਮ ਦੇ ਇੰਟਰਨਲੀ ਹੀ ਸੇਮ ਫਰਮ ਦੇ ਇੱਕ ਫਰਮ ਦਾ ਆਪਣੀ ਹੀ ਫਰਮ ਦੇ ਨਾਲ ਕੰਪੈਰੀਜ਼ਨ ਕਰਨਾ ਠੀਕ ਹੈ ਇਹਨਾਂ ਨੂੰ ਆਪਾਂ ਲੈਂਦੇ ਹਾਂ ਉਸ ਤੋਂ ਬਾਅਦ ਬੇਟੇ ਸ਼ਾਰਟ ਟਰਮ ਜੋ ਸ਼ਾਰਟ ਪੀਰੀਅਡ ਲਈ ਕੀਤਾ ਜਾਂਦਾ ਹੈ ਤੇ ਲੌਂਗ ਟਰਮ ਐਨਾਲਿਸਿਸ ਜੋ ਲੌਂਗ ਟਰਮ ਦੇ ਲਈ ਜਾਂ ਆਪਾਂ ਕਹਿ ਸਕਦੇ ਹਾਂ ਕਈ ਸਾਲਾਂ ਦੇ ਲਈ ਜਿਹੜਾ ਕੰਪੈਰੀਜ਼ਨ ਕੀਤਾ ਜਾਂਦਾ ਹੈ ਉਹਨੂੰ ਅਸੀਂ ਲੌਂਗ ਟਰਮ ਕੰਪੈਰੀਜ਼ਨ ਕਹਿ ਦਿੰਦੇ ਹਾਂ ਮੇਨ ਤੁਸੀਂ ਜਿਹੜੀਆਂ ਟਾਈਪਸ ਕਰਨੀਆਂ ਬੇਟੇ ਇਹਦੇ 'ਤੇ ਲੌਂਗ ਥਿਊਰੀ ਕੁਐਸਚਨ ਆ ਜਾਂਦਾ ਕਈ ਵਾਰ ਕਿ ਡਿਫਰੈਂਟ ਟਾਈਪ ਆਫ ਕੰਪੈਰੀਜ਼ਨ ਟਾਈਪਸ ਕਿਹੜੀਆਂ ਨੇ ਤਾਂ ਇਹਦੇ ਵਿੱਚ ਇਹ ਤੁਹਾਡੇ ਸਾਰੇ ਟਾਈਪਸ ਇੱਥੇ ਖਤਮ ਹੁੰਦੀਆਂ ਨੇ ਇਹਨਾਂ ਨੂੰ ਹੁਣ ਤੁਸੀਂ ਅੱਛੀ ਤਰ੍ਹਾਂ ਪੜ੍ਹਨਾ ਹੈ ਵਰਡਿੰਗ ਧਿਆਨ ਨਾਲ ਦੇਖਣੀ ਹੈ ਫਿਰ ਵੀ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਉਸ ਤੋਂ ਬਾਅਦ ਅਗਲਾ ਜਿਹੜਾ ਟੌਪਿਕ ਹੈ ਉਹ ਹੈਗਾ ਹੈ ਤੁਹਾਡੇ ਮੈਥਡਸ ਜੋ ਆਪਾਂ ਪਹਿਲਾਂ +2 ਦੇ ਵਿੱਚ ਬਹੁਤ ਅੱਛੀ ਤਰ੍ਹਾਂ ਕੀਤੇ ਹੋਏ ਨੇ ਇਹ ਸਾਰੇ ਮੈਥਡਸ ਆਪਾਂ ਡਿਸਕਸ ਕਰਾਂਗੇ ਉਹਦੇ ਲਈ ਮੈਂ ਤੁਹਾਨੂੰ ਨੈਕਸਟ ਵੀਡੀਓ ਸੈਂਡ ਕਰਦੀ ਹਾਂ
ਉਦੋਂ ਤੱਕ ਤੁਸੀਂ ਇਸ ਵਾਲੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ। ਟੇਕ ਕੇਅਰ।